ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਮਿਓ ਦਿਸ਼ਟ ਕਰ ਕਛ ਵਾਂਗ, ਭਵ ਜਲ ਵਿੱਚ ਰੱਖੈ। ਗਿਆਨ ਅੰਸ ਦੇ ਹੰਸ ਵਾਂਗ, ਬੁੱਝ ਭਖ ਅਭਖੈ। ਸਿਮਰਨ ਕਰਦੇ ਕੂੰਜ ਵਾਂਗ, ਉੱਡ ਲਖੈ ਅਲਖੈ। ਮਾਤਾ ਬਾਲਕ ਹੇਤ ਕਰ, ਓਹ ਸਾਉ ਨ ਚਖੈ। ਸਤਿਗੁਰ ਪੁਰਖ ਦਇਆਲ ਹੈ, ਗੁਰ ਸਿੱਖ ਪਰਖੈ। ਪੀਰ ਮੁਰੀਦਾਂ ਪਿਰਹੜੀ, ਲਖ ਮੁਲੀਅਨ ਕਖੈ। ਪੀਰ ਮੁਰੀਦਾਂ ਪਿਰਹੜੀ, ਲਖ ਮੁਲੀਅਨ ਕਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ, ਦੀਨਾ ਬੰਧੂ ਜੋਤੀ ਸਵੈਰੂਪ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਦੇ ਨਾਲ ਜੁੜੀਏ। ਭਾਈ ਗੁਰਦਾਸ ਜੀ ਦੀ 27ਵੀਂ ਵਾਰ ਦੀ 13ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੀ ਦਿਆਲਤਾ ਦਾ ਕੀ ਸਰੂਪ ਹੈ। ਮਹਾਰਾਜ ਜੀ ਆਪਣੇ ਸਿੱਖ ਨੂੰ ਕਦੇ ਵੀ ਵਿਸਾਰਦੇ ਨਹੀਂ, ਕਦੇ ਭੁਲਾਉਂਦੇ ਨਹੀਂ। ਜਿਹੜਾ ਸਿੱਖ ਸੱਚੇ ਮਨੋਂ ਗੁਰੂ ਦੇ ਨਾਲ ਪ੍ਰੀਤ ਕਰਦਾ ਹੈ, ਸਤਿਗੁਰੂ ਸਦਾ ਹੀ ਉਸ ਸਿੱਖ ਦੇ ਉੱਤੇ ਕਿਰਪਾ ਕਰਦੇ ਹੈ। ਮਹਾਰਾਜ ਉਹਦੀ ਲੋਕ ਪਰਲੋਕ ਦੇ ਵਿੱਚ ਰੱਖਿਆ ਕਰਦੇ ਹੈ, ਉਹਦੀ ਬਾਂਹ ਫੜਦੇ ਹੈ। ਕਦੇ ਉਹਨੂੰ ਮਹਾਰਾਜ ਇਕੱਲਾ ਰਹਿਣ ਹੀ ਨਹੀਂ ਦਿੰਦੇ। ਕਦੇ ਉਸ ਸਿੱਖ ਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਮੈਂ ਇਕੱਲਾ ਹਾਂ। ਉਹਨੂੰ ਸਦਾ ਹੀ ਇਹ ਹੁੰਦਾ ਹੈ, ਮੇਰਾ ਗੁਰੂ ਮੇਰੇ ਨਾਲ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਸਦਾ ਗੁਰੂ ਮੇਰੇ ਅੰਗ ਸੰਗ ਹੈ, ਨਾਲ ਹੈ। ਸੋ ਗੁਰੂ ਵੱਡੀ ਕਿਰਪਾ ਕਰਦਾ ਸਿੱਖ ਦੇ ਉੱਤੇ। ਸਦਾ ਹੀ ਗੁਰੂ ਸਿੱਖ ਨੂੰ ਸੰਸਾਰ ਭੋਜਲ ਵਿੱਚ ਰੱਖਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਸਿੱਖ ਤੇ ਗੁਰੂ ਦੀ ਜੋ ਪ੍ਰੀਤ ਹੈ, ਉਹਦਾ ਜ਼ਿਕਰ ਇਸ 27ਵੀਂ ਵਾਰ ਦੇ ਵਿੱਚ ਕੀਤਾ ਹੈ। ਬੜੀਆਂ ਉਦਾਹਰਣਾਂ ਦਿੱਤੀਆਂ ਨੇ, ਬਹੁਤ ਦ੍ਰਿਸ਼ਟਾਂਤ ਦੇ ਦੇ ਕੇ ਸਮਝਾਇਆ ਹੈ। ਜਿਹੜੇ ਮਨੋਂ ਗੁਰੂ ਦੇ ਸਿੱਖ ਨੇ, ਮਨੋਂ ਗੁਰੂ ਚਰਨਾਂ ਵਿੱਚ ਜੁੜੇ ਹੋਏ ਨੇ, ਸਤਿਗੁਰੂ ਦੀ ਉਹਨਾਂ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ ਨੇੜਤਾ ਹੁੰਦੀ ਹੈ।
ਔਰ ਇਸ ਨੂੰ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਸੱਚਾ ਸੇਵਕ ਹੈ ਨਾ ਗੁਰੂ ਦਾ, ਗੁਰੂ ਉਹਦੇ 'ਤੇ ਮਿਹਰ ਕਰਦਾ ਹੈ। ਆਪਣੇ ਸੇਵਕ ਕਉ ਆਪ ਸਹਾਈ, ਨਿਤ ਪ੍ਰਤਪਾਰੈ ਬਾਪ ਜੈਸੇ ਮਾਈ। ਗੁਰੂ ਆਪਣੇ ਸੇਵਕ ਦੇ ਉੱਤੇ ਆਪ ਕਿਰਪਾ ਕਰਕੇ ਉਹਦਾ ਹਰ ਥਾਂ 'ਤੇ ਸਹਾਈ ਹੁੰਦਾ ਹੈ। ਜਿਵੇਂ ਮਾਂ ਬਾਪ ਆਪਣੇ ਬੱਚੇ ਨੂੰ ਪਾਲਦੇ ਹੈ, ਗੁਰੂ ਵੀ ਕਿਰਪਾ ਕਰਕੇ ਸਿੱਖ ਦੀ ਪ੍ਰਤਪਾਲਣਾ ਕਰਦੇ ਹੈ। ਔਰ ਜਿਹੜਾ ਸੱਚਾ ਸੇਵਕ ਹੈ ਨਾ, ਗੁਰੂ ਕਿਰਪਾ ਕਰਦਾ ਉਹਦੇ 'ਤੇ, ਪਰਮੇਸ਼ਰ ਕਿਰਪਾ ਕਰਦਾ ਹੈ, ਉਹਦਾ ਪਰਦਾ ਢੱਕਦੇ ਹੈ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ। ਗੁਰੂ ਸਿੱਖ ਦਾ ਪਰਦਾ ਢੱਕਦਾ ਹੈ। ਸਰ ਪਰ ਦਾ ਅਰਥ ਜ਼ਰੂਰ ਗੁਰੂ ਉਹਦੀ ਰੱਖਿਆ ਕਰਦਾ ਹੈ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖੈ। ਵਡਿਆਈ ਵੀ ਬਖਸ਼ਦਾ ਹੈ ਗੁਰੂ ਆਪਣੇ ਸੇਵਕ ਨੂੰ, ਨਾਮ ਦੀ ਦਾਤ ਵੀ ਉਹਦੀ ਝੋਲੀ ਵਿੱਚ ਪਾਉਂਦਾ ਹੈ, ਅਤੇ ਲੋਕ ਪਰਲੋਕ ਦੇ ਵਿੱਚ ਗੁਰੂ ਉਹਦੀ ਇੱਜ਼ਤ ਵੀ ਰੱਖਦਾ ਹੈ। ਕਿਉਂ? ਉਹ ਮੱਤ ਅਤੇ ਪੱਤ ਦਾ ਰਾਖਾ ਹੈ। ਐਸੀ ਕਿਰਪਾ ਕਰਦਾ ਹੈ ਗੁਰੂ ਪਰਮੇਸ਼ਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਬਚਨ ਹੈ, ਜਿਹੜਾ ਸੱਚਾ ਸਿੱਖ ਹੈ, ਗੁਰੂ ਤਾਂ ਸਹਾਈ ਹੁੰਦਾ ਹੀ ਹੈ, ਪਰਮਾਤਮਾ ਵੀ ਉਹਦੇ 'ਤੇ ਮਿਹਰ ਕਰਦਾ ਹੈ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ, ਤਾਹਾਂ ਤਾਹਾਂ ਉਠ ਧਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪਹਿ ਸੇਵਕ ਤਤ ਕਾਲ ਹੋਏ ਆਵੈ। ਉਹ ਤਾਂ ਸੇਵਕ ਦੇ ਬਚਨਾਂ ਨੂੰ ਵੀ ਨਹੀਂ ਮੋੜਦਾ। ਸੇਵਕ ਜੋ ਅਰਜ਼ ਕਰਦਾ ਹੈ, ਮਾਲਕ ਉਹਦੇ 'ਤੇ ਕਿਰਪਾ ਕਰ ਦਿੰਦਾ, ਉਹਦੀਆਂ ਝੋਲੀਆਂ ਭਰ ਦਿੰਦਾ ਹੈ। ਤੋ ਐਡਾ ਉਹ ਕਿਰਪਾਲੂ ਹੈ, ਦਿਆਲੂ ਹੈ, ਬਖਸ਼ਿੰਦ ਹੈ, ਵੱਡੀ ਕਿਰਪਾ ਕਰਦਾ ਹੈ। ਜਦੋਂ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਨਾ, ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਜੀ ਆਪਣੇ ਸਿੱਖ ਨੂੰ ਕਿਵੇਂ ਰੱਖਦੇ ਹੈ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ। ਸੇਵਕ ਦੇ ਉੱਤੇ ਗੁਰੂ ਸਦਾ ਹੀ ਦਿਆਲੂ ਹੁੰਦਾ ਹੈ। ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਸਿੱਖ ਦੇ ਅੰਦਰ ਜੋ ਖੋਟੀ ਮੱਤ ਹੈ ਨਾ, ਭੈੜੀ ਮੱਤ, ਗੁਰੂ ਉਹਨੂੰ ਦੂਰ ਕਰ ਦਿੰਦਾ ਹੈ। ਗੁਰ ਬਚਨੀ ਹਰ ਨਾਮ ਉਚਰੈ। ਅਤੇ ਸਿੱਖ ਕੀ ਕਰਦਾ ਹੈ? ਗੁਰੂ ਬਚਨਾਂ ਦੇ ਕਮਾਈ ਕਰਦਿਆਂ ਹੋਇਆਂ ਉਹ ਪਰਮਾਤਮਾ ਦਾ ਨਾਮ ਜਪਦਾ ਹੈ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰੂ ਜੀ ਆਪਣੇ ਸਿੱਖ ਦੇ ਸਾਰੇ ਹੀ ਬੰਧਨ ਕੱਟ ਦਿੰਦੇ ਆ, ਕੋਈ ਬੰਧਨ ਰਹਿਣ ਹੀ ਨਹੀਂ ਦਿੰਦੇ। ਅਤੇ ਸਿੱਖ ਕੀ ਕਰਦਾ ਹੈ? ਉਹ ਵਿਕਾਰਾਂ ਤੋਂ ਦੂਰ ਹਟ ਜਾਂਦਾ ਹੈ। ਔਗਣਾਂ ਤੋਂ, ਵਿਕਾਰਾਂ ਤੋਂ, ਬੁਰੀਆਂ ਆਦਤਾਂ ਤੋਂ ਉਹ ਤੋਬਾ ਕਰ ਲੈਂਦਾ ਹੈ, ਨੇੜੇ ਨਹੀਂ ਜਾਂਦਾ। ਐਸੀ ਕਿਰਪਾ ਕਰਦੇ ਨੇ ਸਤਿਗੁਰੂ ਜੀ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਅਤੇ ਜਦੋਂ ਮਹਾਰਾਜ ਤਰਸ ਦੇ ਘਰ ਵਿੱਚ ਆਉਂਦੇ ਹੈ ਨਾ, ਫਿਰ ਸਿੱਖ ਦੀ ਝੋਲੀ ਦੇ ਵਿੱਚ ਨਾਮ ਧਨ ਦੀ ਦਾਤ ਪਾ ਦਿੰਦੇ ਆ। ਸੱਚਾ ਧਨ, ਨਾਮ ਧਨ ਝੋਲੀ ਭਰ ਦਿੰਦੇ ਹੈ। ਅਤੇ ਗੁਰੂ ਦਾ ਸਿੱਖ ਉਹ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਪਾਤਸ਼ਾਹ ਜੀ ਕਹਿੰਦੇ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਹਜ਼ੂਰ ਕਹਿੰਦੇ, ਇਕੱਲਾ ਆਹ ਲੋਕ ਨਹੀਂ,
ਸਤਿਗੁਰੂ ਤਾਂ ਪਰਲੋਕ ਵੀ ਸਵਾਰ ਦਿੰਦੇ ਆ ਸਿੱਖ ਦਾ, ਅਤੇ ਸਦਾ ਹੀ ਜਿੰਦ ਜਾਨ ਨਾਲ ਗੁਰੂ ਉਹਦੀ ਸੰਭਾਲ ਕਰਦਾ ਹੈ। ਗੁਰੂ ਬੜਾ ਵੱਡਾ ਕਿਰਪਾਲੂ ਹੈ। ਭਾਈ ਗੁਰਦਾਸ ਸਾਹਿਬ ਜੀ 27ਵੀਂ ਵਾਰ ਦੀ 23ਵੀਂ ਪੌੜੀ ਵਿੱਚ ਅੰਮ੍ਰਿਤ ਬਚਨ ਕਰ ਰਹੇ ਹਨ। ਅਮਿਓ ਦਿਸ਼ਟ ਕਰ ਕੱਛ ਵਾਂਗ ਭਵਜਲ ਵਿੱਚ ਰੱਖੈ। ਸਤਿਗੁਰੂ ਜੀ ਸਿੱਖ ਦੇ ਉੱਤੇ ਅੰਮ੍ਰਿਤ ਦ੍ਰਿਸ਼ਟੀ ਕਰਦੇ ਹੈ। ਕਿਵੇਂ? ਕੱਛ ਵਾਂਗ, ਕਹਿੰਦੇ ਕੱਛੂ ਵਾਂਗ। ਜਿਵੇਂ ਕੱਛੂ ਕੁੰਮੀ ਪਾਣੀ ਤੋਂ ਬਾਹਰ ਰੇਤ ਦੇ ਵਿੱਚ ਆਪਣੇ ਉਹ ਆਂਡੇ ਦਿੰਦੀ ਹੈ ਅਤੇ ਧਿਆਨ ਰੱਖਦੀ ਹੈ, ਅਤੇ ਧਿਆਨ ਦੇ ਨਾਲ ਹੀ ਉਹਦੇ ਆਂਡਿਆਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਪੈਦਾ ਹੁੰਦੇ ਹੈ। ਫਿਰ ਉਹ ਬੱਚੇ ਜਿਹੜੇ ਨੇ ਉਹ ਰੇਤ ਤੋਂ ਹੌਲੀ ਹੌਲੀ ਪਾਣੀ ਵਿੱਚ ਚਲੇ ਜਾਂਦੇ ਹੈ। ਕੱਛੂ ਵਾਂਗ ਗੁਰੂ ਕਿਰਪਾ ਕਰਕੇ ਸਿੱਖ ਦੇ ਉੱਤੇ ਅੰਮ੍ਰਿਤ ਦ੍ਰਿਸ਼ਟੀ ਕਰਕੇ ਸੰਸਾਰ ਭੌਜਲ ਵਿੱਚ ਰੱਖਦਾ ਹੈ। ਜਿਵੇਂ ਕੱਛੂ ਕੁੰਮੀ ਆਂਡਿਆਂ ਦਾ ਧਿਆਨ ਕਰਦੀ ਹੈ, ਇਸੇ ਤਰ੍ਹਾਂ ਸਤਿਗੁਰੂ ਮਿਹਰ ਦੀ ਦ੍ਰਿਸ਼ਟੀ ਕਰਕੇ ਸਿੱਖ ਦਾ ਸਦਾ ਹੀ ਮਨ ਵਿੱਚ ਧਿਆਨ ਰੱਖਦੇ ਹੈ। ਗੁਰੂ ਕਦੀ ਭੁਲਾਉਂਦਾ ਨਹੀਂ। ਇਹ ਮਤਾ ਮਨ ਵਿੱਚ ਖਿਆਲ ਕਰੀਏ, ਪਤਾ ਨਹੀਂ ਗੁਰੂ ਸਾਨੂੰ ਚੇਤੇ ਕਰਦਾ ਕਿ ਨਹੀਂ ਚੇਤੇ ਕਰਦਾ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਤਾਂ ਧਿਆਨ ਰੱਖਦਾ ਆਪਣੇ ਸਿੱਖ ਦਾ, ਕਦੇ ਵਿਸਾਰਦਾ ਨਹੀਂ ਹੈ। ਗੁਰੂ ਆਪਣੇ ਸਿੱਖ ਨੂੰ ਸੰਸਾਰ ਭਵਜਲ ਵਿੱਚ ਗੁਰੂ ਰੱਖਿਆ ਕਰਦਾ ਹੈ। ਗਿਆਨ ਅੰਸ ਦੇ ਹੰਸ ਵਾਂਗ ਬੁੱਝ ਭਖ ਅਪਖੈ। ਗੁਰੂ ਜੀ ਇੰਨੀ ਵੱਡੀ ਕਿਰਪਾ ਕਰਦੇ ਹੈ, ਗਿਆਨ ਦੀ ਅੰਸ ਦੇ ਕੇ ਸਿੱਖ ਨੂੰ ਗਿਆਨ ਦੀ ਕਿਰਨ ਬਖਸ਼ ਕੇ ਹੰਸ ਵਾਂਗੂ ਬਣਾ ਦਿੰਦੇ ਹੈ। ਬੁੱਝ ਭਖ ਅਪਖੈ, ਭਖ ਖਾਣਾ ਅਤੇ ਅਪਖੈ ਜੋ ਨਹੀਂ ਖਾਣ ਯੋਗ, ਕੀ ਖਾਣਾ ਕੀ ਨਹੀਂ ਖਾਣਾ ਇਹ ਸੂਝ ਆ ਜਾਂਦੀ ਹੈ ਸਿੱਖ ਨੂੰ। ਗੁਰੂ ਸਾਹਿਬ ਜੀ ਕਿਰਪਾ ਕਰਦੇ ਹੈ ਹੰਸ ਵਾਂਗੂ ਗਿਆਨ ਅੰਸ ਦੇ ਕੇ। ਅੰਸ ਦਾ ਭਾਵ ਕਿਰਨ, ਜਾਂ ਅੰਸ ਦਾ ਅਰਥ ਹੈ ਬੁੱਧੀ। ਗਿਆਨ ਵਾਲੀ ਬੁੱਧ ਬਖਸ਼ ਕੇ ਮਹਾਰਾਜ ਜੀ ਸਿੱਖ ਨੂੰ ਸੱਚ ਅਤੇ ਝੂਠ ਨਿਤਾਰਨ ਦਾ ਬਲ ਬਖਸ਼ਦੇ ਹੈ, ਸੂਝ ਬਖਸ਼ਦੇ ਹੈ। ਜਿਵੇਂ ਹੰਸ ਦੁੱਧ ਅਤੇ ਪਾਣੀ ਨੂੰ ਵੱਖਰਾ ਕਰ ਦਿੰਦਾ ਨਾ, ਮਹਾਰਾਜ ਜੀ ਵੀ ਸਿੱਖ ਨੂੰ ਐਸਾ ਬਣਾ ਦਿੰਦੇ ਹੈ। ਗੁਰਮਤ ਅਤੇ ਦੁਰਮਤ ਰਲੇ ਹੋਣ, ਸਿੱਖ ਵੱਖਰਾ ਕਰ ਦਿੰਦਾ ਹੈ। ਗੁਰਮਤ ਨੂੰ ਗ੍ਰਹਿਣ ਕਰ ਲੈਂਦਾ ਹੈ ਅਤੇ ਦੁਰਮਤ ਨੂੰ ਛੱਡ ਦਿੰਦਾ ਹੈ। ਸੱਚ ਅਤੇ ਝੂਠ ਰਲੇ ਹੋਏ ਹੋਵਣ, ਸੱਚ ਨੂੰ ਗ੍ਰਹਿਣ ਕਰ ਲੈਂਦਾ ਹੈ, ਝੂਠ ਨੂੰ ਛੱਡ ਦਿੰਦਾ ਹੈ। ਤੋ ਗਿਆਨ ਦੀ ਕਿਰਨ ਬਖਸ਼ ਕੇ ਮਹਾਰਾਜ ਸਿੱਖ ਨੂੰ ਹੰਸ ਵਾਂਗੂ ਬਣਾ ਦਿੰਦੇ ਹੈ, ਜਿਸ ਕਰਕੇ ਸਿੱਖ ਸੱਚ ਅਤੇ ਝੂਠ ਦੀ ਸੋਝੀ ਕਰਨ ਵਾਲਾ ਬਣ ਜਾਂਦਾ ਹੈ। ਸਿਮਰਨ ਕਰਦੇ ਕੂੰਜ ਵਾਂਗ ਉੱਡ ਲਖੈ ਅਲਖੈ। ਗੁਰੂ ਜੀ ਤਾਂ ਸਦਾ ਹੀ ਕੂੰਜ ਵਾਂਗ ਆਪਣੇ ਸਿੱਖ ਨੂੰ ਚੇਤੇ ਕਰਦੇ ਹੈ। ਜਿਵੇਂ ਕੂੰਜ ਉੱਡ ਲਖੈ ਅਲਖੈ, ਲੱਖਾਂ ਕੋ ਆਕਾਸ਼ ਵਿੱਚ ਉੱਡ ਕੇ ਅਲੱਖ ਵੀ ਹੋ ਜਾਵੇ ਤਾਂ ਵੀ ਕੂੰਜ ਆਪਣੇ ਬੱਚਿਆਂ ਨੂੰ ਚੇਤੇ ਕਰਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਸਦਾ ਹੀ ਆਪਣੇ ਸਿੱਖ ਬੱਚਿਆਂ ਨੂੰ ਚੇਤੇ ਕਰਦੇ ਆ। ਕਦੇ ਗੁਰੂ ਜੀ ਭੁਲਾਉਂਦੇ ਨਹੀਂ ਆਪਣੇ ਸਿੱਖਾਂ ਨੂੰ, ਏਡੀ ਵੱਡੀ ਮਿਹਰ ਕਰਦੇ ਹੈ। ਆਪਾਂ ਰੋਜ਼ ਇਹ ਬਚਨ ਪੜ੍ਹਦੇ ਹਾਂ, ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਕਿੰਨੀ ਦੂਰ ਕੂੰਜਾਂ ਉੱਡ ਜਾਂਦੀਆਂ ਨੇ, ਪਰ ਬੱਚਿਆਂ ਦਾ ਖਿਆਲ ਰੱਖਦੀਆਂ, ਚੇਤੇ ਕਰਦੀਆਂ ਹਨ। ਸੋ ਇਸੇ ਤਰ੍ਹਾਂ ਜਿਵੇਂ ਕੂੰਜ ਆਪਣੇ ਬੱਚਿਆਂ ਨੂੰ ਨਹੀਂ ਭੁਲਾਉਂਦੀ, ਗੁਰੂ ਜੀ ਆਪਣੇ ਸਿੱਖ ਬੱਚਿਆਂ ਨੂੰ ਕਦੇ ਵੀ ਭੁਲਾਉਂਦੇ ਨਹੀਂ ਹਨ। ਔਰ ਸਿੱਖ ਸਤਿਗੁਰੂ ਦੀ ਕਿਰਪਾ ਦੇ ਨਾਲ ਅਲੱਖ ਪ੍ਰਭੂ ਨੂੰ ਜਾਣ ਲੈਂਦਾ ਹੈ। ਮਾਤਾ ਬਾਲਕ ਹੇਤ ਕਰ ਉਹ ਸਾਉ ਨਾ ਚੱਖੈ। ਮਾਂ ਦਾ ਆਪਣੇ ਬੱਚੇ ਨਾਲ ਬਹੁਤ ਪਿਆਰ ਹੁੰਦਾ ਹੈ।
ਪੁੱਤਰ ਦੇ ਪਿਆਰ ਕਰਕੇ ਮਾਤਾ ਸਵਾਦਾਂ ਨੂੰ ਨਹੀਂ ਚੱਖਦੀ ਤਾਂ ਕਿ ਉਹਦਾ ਬੱਚਾ ਦੁਖੀ ਨਾ ਹੋਵੇ। ਮਾਂ ਜਿਹੜੀ ਹੈ ਨਾ, ਉਹ ਸਵਾਦਾਂ ਨੂੰ ਨਹੀਂ ਚੱਖਦੀ ਵੀ ਮੇਰਾ ਬੱਚਾ ਬਿਮਾਰ ਹੋ ਜਾਵੇਗਾ। ਇੱਥੋਂ ਤੱਕ ਵੀ ਮਾਂ ਦੇ ਪੇਟ ਦੇ ਵਿੱਚ ਜਦੋਂ ਬੱਚਾ ਪਲਦਾ ਹੈ ਉਦੋਂ ਵੀ ਉਹ ਬੜਾ ਖਿਆਲ ਰੱਖਦੀ ਹੈ ਵੀ ਜੋ ਮੈਂ ਖੁਰਾਕ ਖਾਣੀ ਆ ਇਹੀ ਮੇਰੇ ਬੱਚੇ ਨੂੰ ਪਹੁੰਚਣੀ ਹੈ। ਪੇਟ ਵਿੱਚ ਪਲਦਾ ਹੋਇਆ ਬੱਚਾ ਰੋਗੀ ਨਾ ਹੋ ਜਾਏ, ਉਹ ਸਵਾਦਾਂ ਨੂੰ ਨਹੀਂ ਚੱਖਦੀ। ਉਹ ਉਹਦੇ ਸਹੀ ਸਲਾਮਤ ਠੀਕ ਹੋਣ, ਤੰਦਰੁਸਤ ਹੋਣ ਦੀ ਸਦਾ ਹੀ ਕਾਮਨਾ ਕਰਦੀ ਰਹਿੰਦੀ ਹੈ। ਇੰਨਾ ਪਿਆਰ ਹੈ ਮਾਂ ਦਾ ਆਪਣੇ ਬੱਚੇ ਦੇ ਨਾਲ। ਅਤੇ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਹੈ, ਮਾਂ ਬੱਚੇ ਨੂੰ ਦੁੱਧ ਪਿਆਉਂਦੀ ਹੈ ਤਾਂ ਵੀ ਉਹ ਬੜਾ ਖਿਆਲ ਰੱਖਦੀ ਹੈ, ਕਿਉਂਕਿ ਉਹਦਾ ਹੇਤ ਹੈ, ਪਿਆਰ ਹੈ ਬੱਚੇ ਨਾਲ। ਉਹਨੂੰ ਪਤਾ ਹੈ ਵੀ ਜੇ ਕੋਈ ਗਲਤ ਚੀਜ਼ ਮੈਂ ਖਾ ਲਈ ਅਤੇ ਮੇਰਾ ਦੁੱਧ ਇਸ ਬੱਚੇ ਨੇ ਪੀਣਾ ਹੈ ਅਤੇ ਦੁੱਧ ਦੇ ਰਾਹੀਂ ਇਹ ਜ਼ਹਿਰ ਬੱਚੇ ਦੇ ਸਰੀਰ ਵਿੱਚ ਜਾਵੇਗਾ ਅਤੇ ਇਹ ਰੋਗੀ ਹੋ ਜਾਵੇਗਾ। ਬੜਾ ਖਿਆਲ ਰੱਖਣਾ ਪੈਂਦਾ ਮਾਂ ਨੂੰ। ਧੰਨ ਹਨ ਮਾਵਾਂ ਜਿਹੜੀਆਂ ਬੱਚਿਆਂ ਨੂੰ ਜਨਮ ਦੇ ਕੇ ਪਾਲਦੀਆਂ ਨੇ, ਸ਼ੁੱਧ ਆਹਾਰ ਦਿੰਦੀਆਂ ਨੇ, ਖਿਆਲ ਕਰਦੀਆਂ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਾਂ ਦਾ ਹੇਤ ਹੈ ਬੱਚੇ ਨਾਲ। ਮਾਤਾ ਬਾਲਕ ਹੇਤ ਕਰ ਉਹ ਸਾਉ ਨਾ ਚੱਖੈ। ਉਹ ਸਵਾਦਾਂ ਨੂੰ ਨਹੀਂ ਚੱਖਦੀ ਕਿਉਂਕਿ ਉਹਨੂੰ ਫਿਕਰ ਹੈ ਬੱਚੇ ਦਾ। ਸੋ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਆਪਣੇ ਸਿੱਖ ਦੀ ਪਾਲਣਾ ਕਰਦੇ ਆ ਸਦਾ ਹੀ। ਜਿਵੇਂ ਮਾਂ ਬੱਚੇ ਦਾ ਖਿਆਲ ਕਰਦੀ ਹੈ, ਗੁਰੂ ਆਪਣੇ ਸਿੱਖ ਬੱਚੇ ਦੀ ਸਦਾ ਪ੍ਰਤਪਾਲਨਾ ਕਰਦੇ ਆ, ਸਦਾ ਹੀ ਧਿਆਨ ਰੱਖਦੇ ਆ ਮਹਾਰਾਜ। ਇਸੇ ਲਈ ਤਾਂ ਸਤਿਗੁਰੂ ਨੇ ਖਾਣਾ ਪੀਣਾ ਪਹਿਨਣਾ ਇਹ ਸਾਰਾ ਕੁਝ ਮਰਿਆਦਾ ਵਿੱਚ ਰੱਖ ਦਿੱਤਾ ਵੀ ਸਾਡੇ ਜਿਹੜੇ ਸਿੱਖ ਬੱਚੇ ਨੇ ਦੁਖੀ ਨਾ ਹੋਣ। ਖਾਣਾ ਉਹ ਵੀ ਸੰਜਮ ਵਿੱਚ ਹੈ, ਪਹਿਨਣਾ ਉਹ ਵੀ ਸੰਜਮ ਵਿੱਚ ਹੈ, ਸੌਣਾ ਤੁਰਨਾ ਫਿਰਨਾ ਹਰ ਗੱਲ ਸੰਜਮ ਦੇ ਵਿੱਚ, ਮਰਿਆਦਾ ਦੇ ਵਿੱਚ ਦਿੱਤੀ ਹੈ। ਇੰਨਾ ਖਿਆਲ ਮਹਾਰਾਜ ਜੀ ਆਪਣੇ ਸਿੱਖ ਬੱਚਿਆਂ ਦਾ ਕਰਦੇ ਹੈ। ਸਤਿਗੁਰ ਪੁਰਖ ਦਇਆਲ ਹੈ, ਗੁਰ ਸਿੱਖ ਪਰਖੈ। ਸਤਿਗੁਰੂ ਪੁਰਖ ਜੀ ਸਦਾ ਹੀ ਦਿਆਲੂ ਹਨ ਅਤੇ ਗੁਰੂ ਜੀ ਆਪਣੇ ਸਿੱਖ ਨੂੰ ਪਰਖ ਲੈਂਦੇ ਹੈ, ਆਪਣੇ ਸਿੱਖ ਦੀ ਪਰਖ ਕਰ ਲੈਂਦੇ ਹੈ ਕਿ ਇਹ ਸਾਡਾ ਸੱਚਾ ਸਿੱਖ ਹੈ, ਇਹਦੇ ਅੰਦਰ ਗੁਰੂ ਦੇ ਪ੍ਰਤੀ ਪਿਆਰ ਹੈ, ਭਰੋਸਾ ਹੈ, ਭਾਵਨਾ ਹੈ। ਤਾਂ ਸਿੱਖ ਜਿਹੜਾ ਨਾ ਉਹਨੂੰ ਗੁਰੂ ਝੱਟ ਹੀ ਪਰਖ ਲੈਂਦਾ ਹੈ। ਗੁਰੂ ਦਿਲ ਦੀਆਂ ਜਾਣਦਾ ਹੈ, ਅੰਤਰਜਾਮੀ ਹੈ। ਪੀਰ ਮੁਰੀਦਾਂ ਪਿਰਹੜੀ, ਲੱਖ ਮੁਲੀਅਨ ਕੱਖੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੋ ਮੁਰੀਦਾਂ ਦੀ, ਗੁਰਸਿੱਖਾਂ ਦੀ ਆਪਣੇ ਗੁਰੂ ਨਾਲ ਪ੍ਰੀਤ ਹੈ ਨਾ, ਇਹ ਪ੍ਰੀਤ ਸਿੱਖ ਨੂੰ ਕੱਖਾਂ ਤੋਂ ਲੱਖਾਂ ਦੇ ਮੁੱਲ ਵਾਲੀ ਬਣਾ ਦਿੰਦੀ ਹੈ। ਲੱਖ ਮੁਲੀਅਨ ਕੱਖੈ, ਵੀ ਕੱਖਾਂ ਤੋਂ ਲੱਖਾਂ ਦੇ ਮੁੱਲ ਵਾਲਾ ਬਣਾ ਦਿੰਦੀ ਹੈ। ਪ੍ਰੀਤ ਐਸੀ ਹੈ। ਇਸ ਲਈ ਸਿੱਖ ਜਿਹੜਾ ਨਾ ਉਹ ਗੁਰੂ ਦੇ ਨਾਲ ਪ੍ਰੀਤ ਕਰਦਾ ਹੈ। ਸਤਿਗੁਰੂ ਉਹਦੇ 'ਤੇ ਬਹੁਤ ਵੱਡੀ ਰਹਿਮਤ ਕਰਦੇ ਹੈ, ਉਹਦਾ ਧਿਆਨ ਰੱਖਦੇ ਹੈ, ਪਾਲਣਾ ਕਰਦੇ ਹੈ, ਸਦਾ ਸਿੱਖ ਨੂੰ ਚੇਤੇ ਕਰਦੇ ਹੈ। ਗੁਰੂ ਕਦੇ ਵੀ ਮਨੋਂ ਸਿੱਖ ਨੂੰ ਵਿਸਾਰਦਾ ਨਹੀਂ ਹੈ। ਸੋ ਅਗਲੀ 14ਵੀਂ ਪੌੜੀ ਦੇ ਵਿੱਚ ਸਿੱਖਾਂ ਦੀ ਗੁਰੂ ਦੇ ਨਾਲ ਜੋ ਪ੍ਰੀਤ ਹੈ ਉਸ ਰੂਪ ਦਾ ਭਾਈ ਗੁਰਦਾਸ ਸਾਹਿਬ ਜੀ ਵਰਣਨ ਕਰਦੇ ਹੈ। ਦਰਸ਼ਨ ਦੇਖ ਪਤੰਗ ਜਿਉ, ਜੋਤੀ ਜੋਤ ਸਮਾਵੈ। ਜਿਹੜਾ ਗੁਰੂ ਦਾ ਸਿੱਖ ਹੈ, ਮਨ ਕਰਕੇ ਸਤਿਗੁਰੂ ਦਾ ਦੀਦਾਰ ਕਰਦਾ ਹੈ, ਉਹ ਸਦਾ ਹੀ ਗੁਰੂ ਦੇ ਨਾਲ ਪਿਆਰ ਦੇ ਵਿੱਚ ਇੰਨਾ ਜੁੜਿਆ ਹੋਇਆ ਹੈ, ਗੁਰੂ ਦੇ ਦਰਸ਼ਨਾਂ ਦੇ ਵਿੱਚ ਹੀ ਸਮਾ ਜਾਂਦਾ ਹੈ। ਦਰਸ਼ਨ ਦੇਖ ਪਤੰਗ ਜਿਉ। ਭਾਈ ਸਾਹਿਬ ਜੀ ਕਹਿੰਦੇ ਪਤੰਗੇ ਵਾਂਗ ਗੁਰੂ ਦਾ ਦਰਸ਼ਨ ਵੇਖ ਕੇ, ਗੁਰੂ ਜੋਤ ਦਾ ਦੀਦਾਰ ਕਰਕੇ ਗੁਰੂ ਜੋਤ ਦੇ ਵਿੱਚ ਸਮਾ ਜਾਂਦਾ, ਭੇਦ ਹੋ ਜਾਂਦਾ ਹੈ। ਜਿਵੇਂ ਪਤੰਗਾ ਉਹ ਜੋਤ ਦੇ ਦੁਆਲੇ, ਦੀਵੇ ਦੀ ਲਾਟ ਦੇ ਦੁਆਲੇ ਚੱਕਰ ਕੱਟਦਾ ਹੈ, ਉਹਦੇ 'ਤੇ ਕੁਰਬਾਨ ਹੋ ਜਾਂਦਾ ਹੈ।
ਭਾਵੇਂ ਕਿ ਪਤੰਗੇ ਦੀ ਪ੍ਰੀਤ ਉਹ ਦੁਖਦਾਈ ਹੈ, ਗੁਰੂ ਤੇ ਸਿੱਖ ਦੀ ਪ੍ਰੀਤ ਸੁਖਦਾਈ ਹੈ। ਗੁਰੂ ਜੋਤ ਦੇ ਦਰਸ਼ਨ ਕਰਦਾ ਹੋਇਆ ਪਤੰਗੇ ਵਾਂਗ ਗੁਰੂ ਦਾ ਸਿੱਖ ਗੁਰੂ ਜੋਤ ਦੇ ਵਿੱਚ ਹੀ ਸਮਾ ਜਾਂਦਾ, ਲੀਨ ਹੋ ਜਾਂਦਾ ਹੈ। ਸ਼ਬਦ ਸੁਰਤ ਲਿਵ ਮਿਰਗ ਜਿਉ ਅਨਹਦ ਲਿਵ ਲਾਵੇ। ਹਿਰਨ ਵਾਂਗ ਜਿਹੜਾ ਗੁਰੂ ਦਾ ਸਿੱਖ ਹੈ ਉਹ ਹਿਰਨ ਵਾਂਗ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਅਤੇ ਅਨਹਦ ਰਸ ਦੇ ਵਿੱਚ ਸਦਾ ਹੀ ਲਿਵ ਲਾਉਂਦਾ ਹੈ। ਅਨਹਦ ਇੱਕ ਰਸ ਜੋ ਪਰਮੇਸ਼ਰ ਦੇ ਨਾਮ ਦੀ ਰੌਂ ਹੈ, ਉਹਦੇ ਵਿੱਚ ਸਦਾ ਹੀ ਸਿੱਖ ਜੁੜਿਆ ਰਹਿੰਦਾ ਹੈ। ਹਿਰਨ ਜਿਵੇਂ ਘੰਡੇ ਹੇੜੇ ਦੇ ਸ਼ਬਦ ਦੇ ਵਿੱਚ ਮਸਤ ਹੋ ਜਾਂਦਾ ਹੈ, ਗੁਰੂ ਕਾ ਸਿੱਖ ਗੁਰੂ ਦੇ ਸ਼ਬਦ ਨੂੰ ਸੁਣਨ ਦੇ ਵਿੱਚ ਮਸਤ ਹੋ ਜਾਂਦਾ ਹੈ। ਸ਼ਬਦ ਦੇ ਨਾਲ ਆਪਣੀ ਸੁਰਤ ਜੋੜਦਾ ਹੈ ਅਤੇ ਉਹਦੇ ਵਿੱਚ ਖੁੱਭ ਜਾਂਦਾ ਹੈ। ਸਾਧ ਸੰਗਤ ਵਿੱਚ ਮੀਨ ਹੋਏ ਗੁਰਮਤਿ ਸੁਖ ਪਾਵੇ। ਸਾਧ ਸੰਗਤ ਰੂਪੀ ਦਰਿਆ ਦੇ ਵਿੱਚ ਮੱਛੀ ਵਾਂਗ ਗੁਰੂ ਕਾ ਸਿੱਖ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਸਦੀਵੀ ਸੁਖ ਨੂੰ ਪਾਉਂਦਾ ਹੈ। ਜਿਵੇਂ ਮੱਛੀ ਦਰਿਆ ਦੇ ਵਿੱਚ ਤੈਰਦੀ ਹੈ, ਆਨੰਦ ਮਾਣਦੀ ਹੈ, ਪਾਣੀ ਵਿੱਚ ਰਹਿੰਦੀ ਹੈ, ਇਸੇ ਤਰ੍ਹਾਂ ਜੋ ਸਾਧ ਸੰਗਤ ਹੈ ਇਹ ਦਰਿਆ ਹੈ। ਅਤੇ ਸਿੱਖ ਮੀਨ ਹੋਏ, ਜਿਹੜਾ ਸਿੱਖ ਹੈ ਉਹ ਮੱਛੀ ਬਣ ਜਾਂਦਾ ਹੈ। ਸਿੱਖ ਮੱਛੀ ਵਾਂਗ ਬਣ ਕੇ ਸਾਧ ਸੰਗਤ ਰੂਪੀ ਦਰਿਆ ਦੇ ਵਿੱਚ ਤਾਰੀਆਂ ਲਾਉਂਦਾ, ਗੁਰੂ ਦੀ ਮੱਤ ਨੂੰ ਧਾਰਨ ਕਰਕੇ ਸਦੀਵੀ ਸੁੱਖ ਨੂੰ ਪਾਉਂਦਾ ਹੈ। ਚਰਨ ਕਵਲ ਵਿੱਚ ਭਵਰ ਹੋਏ ਸੁਖ ਰਹਿਣ ਵਿਹਾਵੇ। ਗੁਰੂ ਦੇ ਚਰਨਾਂ ਕਵਲਾਂ ਦਾ ਭੌਰਾ ਬਣ ਜਾਂਦਾ ਗੁਰੂ ਕਾ ਸਿੱਖ। ਜਿਵੇਂ ਭੌਰਾ ਕੌਲ ਫੁੱਲ ਤੋਂ ਮਕਰੰਦ ਰਸ ਪ੍ਰਾਪਤ ਕਰਦਾ ਹੈ, ਇਸੇ ਤਰ੍ਹਾਂ ਗੁਰੂ ਦਾ ਸਿੱਖ ਗੁਰੂ ਚਰਨਾਂ ਦੀ ਧੂੜੀ ਰੂਪ ਮਕਰੰਦ ਰਸ ਨੂੰ ਪ੍ਰਾਪਤ ਕਰਦਾ ਹੈ। ਕੌਲ ਫੁੱਲ ਦੇ ਵਿੱਚ ਹੀ ਜਿਵੇਂ ਭੌਰਾ ਸਮਾ ਜਾਂਦਾ ਨਾ, ਸਾਰੀ ਰਾਤ ਸੁਖੀ ਰਹਿੰਦਾ ਹੈ। ਗੁਰੂ ਕਾ ਸਿੱਖ ਭੌਰੇ ਵਾਂਗ ਗੁਰੂ ਚਰਨਾਂ ਦੇ ਵਿੱਚ ਲੀਨ ਹੋ ਜਾਂਦਾ ਹੈ ਅਤੇ ਸੁਖ ਰਹਿਣ ਵਿਹਾਵੇ। ਗੁਰੂ ਚਰਨਾਂ ਵਿੱਚ ਲੀਨ ਹੋਇਆ ਜ਼ਿੰਦਗੀ ਰੂਪੀ ਰਾਤ ਸੁੱਖਾਂ ਦੇ ਸਹਿਤ ਬਤੀਤ ਕਰਦਾ ਹੈ। ਗੁਰ ਉਪਦੇਸ਼ ਨ ਵਿਸਰੈ ਬਾਬੀਹਾ ਧਿਆਵੈ। ਸਿੱਖ ਪਪੀਹੇ ਵਰਗਾ ਹੈ। ਪਪੀਹਾ ਵੀ ਕਹਿ ਦਿੰਦੇ, ਬਬੀਹਾ ਵੀ ਕਹਿ ਦਿੰਦੇ ਹੈ। ਪੰਛੀ ਹੈ ਇੱਕ, ਉਹਨੂੰ ਪਿਆਸ ਲੱਗਦੀ ਹੈ, ਮੀਂਹ ਪੈਂਦਾ ਹੈ, ਸ਼ਵਾਂਤ ਨਛੱਤਰ ਦੀ ਬੂੰਦ ਜਦੋਂ ਉਹਦੇ ਮੁੱਖ ਵਿੱਚ ਪੈਂਦੀ ਤਾਂ ਉਹਦੀ ਪਿਆਸ ਦੂਰ ਹੁੰਦੀ ਹੈ। ਗੁਰੂ ਦਾ ਸਿੱਖ ਸਦਾ ਹੀ ਪਪੀਹੇ ਵਾਂਗ ਗੁਰੂ ਦੇ ਉਪਦੇਸ਼ ਨੂੰ ਚੇਤੇ ਕਰਦਾ ਰਹਿੰਦਾ ਹੈ। ਗੁਰ ਉਪਦੇਸ਼ ਨਾ ਵਿਸਰੈ। ਗੁਰੂ ਦਾ ਉਪਦੇਸ਼ ਕਦੇ ਸਿੱਖ ਨੂੰ ਭੁੱਲਦਾ ਹੀ ਨਹੀਂ, ਤਾਂ ਹੀ ਤਾਂ ਉਹ ਗੁਰੂ ਦੇ ਉਪਦੇਸ਼ ਦੇ ਮੁਤਾਬਕ ਚੱਲਦਾ ਹੈ। ਜੀਵਨ ਵਿੱਚ ਜਿੱਧਰ ਵੀ ਜਾਂਦਾ, ਵਿਚਰਦਾ, ਤੁਰਦਾ ਫਿਰਦਾ, ਉਹਨੂੰ ਗੁਰੂ ਦੀ ਸਿੱਖਿਆ ਨਹੀਂ ਕਦੇ ਭੁੱਲਦੀ। ਅਤੇ ਪਪੀਹੇ ਵਾਂਗ ਗੁਰੂ ਦੀ ਸਿੱਖਿਆ ਨੂੰ ਪੁਕਾਰਦਾ ਰਹਿੰਦਾ ਹੈ। ਭਾਵ ਰੋਜ਼ ਹੀ ਗੁਰੂ ਕਾ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਹੈ। ਅੰਮ੍ਰਿਤ ਵੇਲੇ 5 ਬਾਣੀਆਂ ਰੋਜ਼ ਰਟਦਾ, ਪੜ੍ਹਦਾ ਹੈ ਭਾਵਨਾ ਦੇ ਨਾਲ। ਸੰਧਿਆ ਵੇਲੇ ਰਹਿਰਾਸ ਸਾਹਿਬ, ਸੌਣ ਵੇਲੇ ਸੋਹਲੇ ਸਾਹਿਬ ਦੀ ਬਾਣੀ ਦਾ ਜਪ, ਕਦੇ ਨਹੀਂ ਭੁੱਲਦਾ ਗੁਰੂ ਦਾ ਉਪਦੇਸ਼। ਤੋ ਪਪੀਹੇ ਵਾਂਗ ਗੁਰੂ ਦੀ ਸਿੱਖਿਆ ਕਦੇ ਸਿੱਖ ਨੂੰ ਵਿਸਰਦੀ ਨਹੀਂ ਹੈ। ਪੀਰ ਮੁਰੀਦਾਂ ਪਿਰਹੜੀ ਦੁਬਿਧਾ ਨਾ ਸੁਖਾਵੇ। ਭਾਈ ਗੁਰਦਾਸ ਜੀ ਕਹਿੰਦੇ ਜੋ ਮੁਰੀਦਾਂ ਦੀ, ਗੁਰਸਿੱਖਾਂ ਦੀ ਗੁਰੂ ਦੇ ਨਾਲ ਪ੍ਰੀਤੀ ਹੈ, ਇਹਦੇ ਵਿੱਚ ਦੁਬਿਧਾ ਜਿਹੜੀ ਹੈ ਉਹ ਕਦੇ ਸਿਖਾਉਂਦੀ ਨਹੀਂ ਹੈ। ਮਤਲਬ ਇਸ ਪ੍ਰੀਤ ਦੇ ਵਿੱਚ ਕੋਈ ਦੁਬਿਧਾ ਨਹੀਂ ਹੈ। ਸਿੱਖ ਦੇ ਅੰਦਰ ਦੁਬਿਧਾ ਰਹਿੰਦੀ ਹੀ ਨਹੀਂ, ਐਸਾ ਪਿਆਰ ਹੈ ਗੁਰੂ ਦੇ ਨਾਲ। ਅਤੇ ਹਰੇਕ ਦੇ ਵਿੱਚ ਸਿੱਖ ਪ੍ਰਭੂ ਜੋਤ ਦਾ ਹੀ ਦਰਸ਼ਨ ਕਰਦਾ ਹੈ। ਸੋ ਐਸਾ ਪਿਆਰ ਹੈ ਗੁਰੂ ਦਾ ਔਰ ਸਿੱਖ ਦਾ। ਸਦਾ ਹੀ ਗੁਰੂ ਦੇ ਨਾਲ ਗੁਰੂ ਦਾ ਸਿੱਖ ਜੁੜਿਆ ਰਹਿੰਦਾ ਹੈ। ਅਗਲੀ 15ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ ਵੀ ਜਿਹੜਾ ਸਿੱਖ ਹੈ ਨਾ, ਉਹ ਗੁਰੂ ਦੇ ਉੱਤੇ ਭਰੋਸਾ ਰੱਖਦਾ ਹੈ।
ਗ੍ਰਸਤ ਮਾਰਗ ਦੇ ਵਿੱਚ ਹੈ, ਸੰਸਾਰ ਵਿੱਚ ਰਹਿੰਦਾ ਹੈ ਸਿੱਖ, ਉਹ ਗੁਰੂ 'ਤੇ ਭਰੋਸਾ ਰੱਖ ਕੇ ਗੁਰੂ ਦਾਤੇ ਪਾਸੋਂ ਹੀ ਮੰਗਦਾ ਹੈ। ਗੁਰੂ ਹੀ ਉਹਦਾ ਦਾਤਾ ਹੈ, ਗੁਰੂ ਹੀ ਉਹਦਾ ਸ਼ਾਹੂਕਾਰ ਹੈ, ਗੁਰੂ ਹੀ ਉਹਦਾ ਮਾਲਕ ਹੈ, ਗੁਰੂ ਹੀ ਉਸ ਦਾ ਵੈਦ ਹੈ ਅਤੇ ਗੁਰੂ ਹੀ ਉਹਦਾ ਤੀਰਥ ਹੈ। ਸਾਰਾ ਕੁਝ ਉਹਦਾ ਗੁਰੂ ਹੀ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ। ਬਹੁਤ ਵਾਰ ਆਪ ਜੀ ਨੇ ਕੀਰਤਨ ਰੂਪ ਦੇ ਵਿੱਚ ਭਾਈ ਗੁਰਦਾਸ ਜੀ ਦੀ ਇਸ ਪੌੜੀ ਦਾ ਕੀਰਤਨ ਸੁਣਿਆ। ਗੁਰੂ ਕਰਦੇ ਕੀਰਤਨੀਏ ਬਹੁਤ ਵਾਰ ਆਪਾਂ ਨੂੰ ਇਸ ਪੌੜੀ ਦਾ ਕੀਰਤਨ ਸਰਵਣ ਕਰਵਾਉਂਦੇ ਹੈ। ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ। ਭਾਈ ਗੁਰਦਾਸ ਜੀ ਕਹਿੰਦੇ ਉਸ ਦਾਤੇ ਦੇ ਕੋਲੋਂ ਕਦੇ ਨਾ ਮੰਗੋ ਵੀ ਤੁਹਾਨੂੰ ਫਿਰ ਕਿਸੇ ਹੋਰ ਦੇ ਅੱਗੇ ਜਾ ਕੇ ਹੱਥ ਅੱਡਣੇ ਪੈਣ, ਕਿਸੇ ਹੋਰ ਅੱਗੇ ਜਾ ਕੇ ਝੋਲੀ ਕਰਨੀ ਪਵੇ, ਕਿਸੇ ਹੋਰ ਕੋਲੋਂ ਮੰਗਣਾ ਪਵੇ। ਕਹਿੰਦੇ ਫਿਰ ਉਹ ਦਾਤਾ ਹੀ ਕਾਹਦਾ ਜਿਹੜਾ ਤੁਹਾਡੀਆਂ ਮੰਗਾਂ ਹੀ ਪੂਰੀਆਂ ਨਾ ਕਰ ਸਕਿਆ। ਇਸ ਲਈ ਗੁਰੂ ਦਾਤੇ ਨੂੰ ਛੱਡ ਕੇ ਕਿਸੇ ਹੋਰ ਦੇ ਕੋਲ ਨਹੀਂ ਜਾਣਾ। ਸਾਰੀਆਂ ਦਾਤਾਂ ਨੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ। ਕੋਈ ਸੇਵਾ ਕਰੇ, ਸਿਮਰਨ ਕਰੇ, ਗੁਰੂ ਚਰਨਾਂ 'ਚ ਅਰਦਾਸ ਕਰੇ। ਨਾਨਕ ਗੁਰ ਸੇਵਾ ਕਿੰਗ ਨਾ ਲੱਭਿਆ। ਤੇ ਪੰਚਮ ਪਾਤਸ਼ਾਹ ਜੀ ਫਰਮਾਉਂਦੇ, ਗੁਰੂ ਦੀ ਸੇਵਾ ਦੇ ਨਾਲ ਕੀ ਨਹੀਂ ਮਿਲਦਾ। ਜਿਹੜਾ ਵੀ ਕੋਈ ਭਾਵਨਾ ਨਾਲ ਸੇਵਾ ਕਰੇਗਾ ਉਹ ਝੋਲੀਆਂ ਭਰ ਲਵੇਗਾ। ਦਾਤਾਂ ਮਿਲਦੀਆਂ ਨੇ, ਗੁਰਸਿੱਖਾਂ ਨੇ ਦਾਤਾਂ ਪ੍ਰਾਪਤ ਕੀਤੀਆਂ ਨੇ। ਗੁਰ ਇਤਿਹਾਸ ਇਹਨਾਂ ਸਾਖੀਆਂ ਦੇ ਨਾਲ ਭਰਿਆ ਪਿਆ ਹੈ। ਸਿੱਖਾਂ ਨੇ ਭਾਵਨਾ ਦੇ ਨਾਲ ਗੁਰੂ ਦੀ ਸੇਵਾ ਕੀਤੀ ਅਤੇ ਗੁਰੂ ਨੇ ਉਹਨਾਂ ਦੀਆਂ ਝੋਲੀਆਂ ਭਰ ਦਿੱਤੀਆਂ। ਦਾਤਾ ਗੁਰੂ ਹੈ। ਗੁਰੂ ਪਰਮੇਸ਼ਰ ਸਵਰੂਪ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਾਣੀ ਵਿੱਚ ਇੱਕ ਦੇ ਨਾਲ ਜੋੜਦੇ ਹੈ। ਹਰ ਇਕਸ ਸੇਤੀ ਪਿਰਹੜੀ। ਮਹਾਰਾਜ ਕਹਿੰਦੇ ਇੱਕ ਹਰੀ ਦੇ ਨਾਲ ਪਿਆਰ ਕਰ। ਹਰ ਇੱਕੋ ਮੇਰਾ ਚਿੱਤ। ਸਾਹਿਬ ਕਹਿੰਦੇ ਇੱਕੋ ਹੀ ਮੇਰੇ ਚਿੱਤ ਵਿੱਚ ਵਸਿਆ ਹੈ ਮਾਲਕ, ਇੱਕ ਦੇ ਨਾਲ ਹੀ ਮੈਂ ਪਿਆਰ ਕਰਦਾ ਹਾਂ। ਜਨ ਨਾਨਕ ਇੱਕ ਆਧਾਰ ਹਰ, ਪ੍ਰਭ ਇਕਸ ਤੇ ਗਤ ਪਤ। ਇੱਕੋ ਪਰਮੇਸ਼ਰ ਦਾ ਆਸਰਾ ਹੈ। ਉਹੀ ਮੁਕਤੀ ਦੇਣ ਵਾਲਾ ਹੈ ਅਤੇ ਉਹੀ ਪਤ ਇੱਜ਼ਤ ਦੇਣ ਵਾਲਾ ਹੈ। ਲੋਕ ਪਰਲੋਕ ਵਿੱਚ ਉਸੇ ਨੇ ਸਤਿਕਾਰ ਦਿਵਾਉਣਾ। ਸਾਹਿਬ ਕਹਿੰਦੇ ਤੂੰ ਇੱਕ ਦੇ ਨਾਲ ਜੁੜ। ਹਰ ਇੱਕੋ ਕਰਤਾ ਇੱਕ, ਇੱਕੋ ਦੀ ਬਾਣ ਹਰ। ਇੱਕੋ ਹੀ ਹਰੀ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਉਹਦੇ ਇੱਕੇ ਪਰਮੇਸ਼ਰ ਦੀ ਉਹਦੀ ਜਿਹੜੀ ਸਭਾ ਨਾ ਦਰਬਾਰ, ਉਹ ਸਦਾ ਹੀ ਸੱਚਾ ਹੈ, ਜਿੱਥੇ ਨਿਆਂ ਮਿਲਦਾ ਹੈ। ਹਰ ਇੱਕ ਸਹਿ ਦਾ ਹੈ ਅਮਰ, ਇੱਕੋ ਹਰ ਚਿੱਤ ਧਰ। ਇੱਕ ਦਾ ਹੀ ਹੁਕਮ ਹੈ ਸਾਰਿਆਂ ਥਾਵਾਂ 'ਤੇ ਚੱਲਦਾ। ਇਸ ਲਈ ਇਹ ਬੰਦੇ ਤੂੰ ਇੱਕ ਨੂੰ, ਨਿਰੰਕਾਰ ਨੂੰ ਆਪਣੇ ਚਿੱਤ ਵਿੱਚ ਵਸਾ ਲੈ। ਹਰ ਤਿਸ ਬਿਨ ਕੋਈ ਨਾਹੇ, ਡਰ ਭਰਮ ਭਉ ਦੂਰ ਕਰ। ਮਹਾਰਾਜ ਕਹਿੰਦੇ ਉਹਦੇ ਇੱਕ ਤੋਂ ਬਿਨਾਂ ਕੋਈ ਨਹੀਂ ਹੈ। ਦੂਜਿਆਂ ਦਾ ਡਰ ਭਰਮ ਮਨ ਵਿੱਚੋਂ ਦੂਰ ਕਰ ਦੇ ਵੀ ਪਤਾ ਨਹੀਂ ਮੈਂ ਫਲਾਣੇ ਨੂੰ ਜਾ ਕਰਕੇ ਮੱਥਾ ਨਾ ਟੇਕਿਆ ਅਤੇ ਉਹਨੇ ਕੀ ਮੰਤਰ ਕਰ ਦੇਣਾ ਅਤੇ ਕੀ ਹੋ ਜਾਣਾ। ਪਾਤਸ਼ਾਹ ਜੀ ਕਹਿੰਦੇ ਤੂੰ ਇੱਕ 'ਤੇ ਟੇਕ ਰੱਖ, ਉਸੇ ਦਾ ਡਰ ਮਨ ਵਿੱਚ ਰੱਖ। ਹਰ ਤਿਸੈ ਨੋ ਸਾਲਾਹੇ। ਉਹਨੂੰ ਸਲਾਹ ਇੱਕ ਨੂੰ, ਜਿਹੜਾ ਜੇ ਤੁਧ ਰੱਖੈ ਬਾਹਰ ਘਰ, ਜਿਹੜਾ ਘਰੇ ਵੀ ਅਤੇ ਬਾਹਰ ਵੀ ਤੇਰੀ ਰੱਖਿਆ ਕਰਨ ਵਾਲਾ ਹੈ। ਉਹਨੂੰ ਤੂੰ ਚੇਤੇ ਕਰ। ਉਹੀ ਦਾਤਾ ਹੈ। ਸੋ ਐਸਾ ਦਾਤਾਰ ਮਨ ਹੋ ਨਾ ਵੀਸਰੈ, ਘੜੀ ਤਨਾ ਮੋਹਤ ਚਸਾ ਤਿਸ ਬਿਨ ਨਾ ਸਰੈ। ਇੱਕ ਘੜੀ, ਇੱਕ ਮੋਹਤ ਸਮਾਂ ਵੀ ਉਹਦੇ ਤੋਂ ਬਿਨਾਂ ਕਦੇ ਸਰ ਨਹੀਂ ਸਕਦਾ। ਇਸ ਲਈ ਦਾਤਾ ਇੱਕੋ ਹੀ ਹੈ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਾਰਿਆਂ ਦਾ ਦਾਤਾ ਤਾਂ ਇੱਕੋ ਹੀ ਪਰਮੇਸ਼ਰ ਹੈ। ਉਹੀ ਦਾਤਾ ਦੇਣ ਵਾਲਾ ਹੈ। ਇਸ ਲਈ ਹਰ ਇੱਕੋ ਦਾਤਾ ਸੇਵੀ ਹੈ। ਇੱਕ ਹਰੀ ਦਾਤੇ ਦੀ ਸੇਵਾ ਕਰਨੀ, ਉਹਦੀ ਹੀ ਭਗਤੀ ਕਰਨੀ ਹੈ। ਹਰ ਇੱਕ 'ਤੇ ਆਈ ਹੈ, ਉਸ ਇੱਕੇ ਨੂੰ ਹੀ ਸਿਮਰਨਾ ਹੈ। ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ।
ਇੱਕ ਹਰੀ ਦਾਤੇ ਕੋਲੋਂ ਹੀ ਮੰਗਣਾ ਹੈ। ਮਨ ਇਛਤ ਸਾਰੇ ਫਲ ਉਹਦੇ ਤੋਂ ਪ੍ਰਾਪਤ ਹੁੰਦੇ ਹੈ। ਪਰ ਸਾਡੇ ਅੰਦਰ ਭਾਵਨਾ ਹੋਵੇ, ਪਿਆਰ ਹੋਵੇ, ਸ਼ਰਧਾ ਹੋਵੇ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈ ਹੈ। ਸਾਹਿਬ ਕਹਿੰਦੇ ਜੇ ਇੱਕ ਦਾਤੇ ਨੂੰ ਛੱਡ ਕੇ ਦੂਜਿਆਂ ਕੋਲੋਂ ਮੰਗੋਗੇ ਤਾਂ ਫਿਰ ਤਾਂ ਲਾਜ ਮਰਾਈ ਹੈ। ਸ਼ਰਮ ਦੇ ਨਾਲ ਹੀ ਮਰ ਜਾਣਾ ਚਾਹੀਦਾ ਹੈ। ਵੱਡੇ ਦਾਤੇ ਨੂੰ ਛੱਡ ਕੇ ਤੇ ਮੰਗਤਿਆਂ ਦੇ ਕੋਲੋਂ ਬੰਦਾ ਮੰਗਣ ਤੁਰ ਪਿਆ ਹੈ। ਔਰ ਇਹ ਅਗਿਆਨਤਾ ਕਰਕੇ ਹੁੰਦਾ ਹੈ। ਇੱਕ ਭਿਖਾਰੀ ਸੀ, ਉਹਨੂੰ ਅੱਖਾਂ ਤੋਂ ਨਹੀਂ ਸੀ ਦਿਸਦਾ। ਉਹਨੇ ਹੱਥ ਵਿੱਚ ਕਟੋਰਾ ਫੜਿਆ ਹੈ। ਉਹ ਇੱਕ ਚੌਂਕ ਦੇ ਵਿੱਚ ਖਲੋਤਾ ਹੈ। ਉਹਨੂੰ ਕਿਸੇ ਬੰਦੇ ਦੇ ਚੱਲਣ ਦੀ, ਪੈਰਾਂ ਦੀ ਆਹਟ ਸੁਣਾਈ ਦਿੱਤੀ। ਉਹਦੇ ਕੋਲ ਗਿਆ ਤੇ ਆਪਣਾ ਕਟੋਰਾ ਜਿਹੜਾ ਸੀ ਨਾ, ਉਹਨੇ ਮੰਗਣ ਵਾਸਤੇ ਉਹਦੇ ਅੱਗੇ ਕਰ ਦਿੱਤਾ। ਉਹ ਜਿਹੜਾ ਦੂਜਾ ਬੰਦਾ ਆਇਆ ਸੀ ਨਾ, ਜਿਹੜਾ ਸੁਣਿਆ ਉਹਨੂੰ, ਉਹਦੇ ਪੈਰਾਂ, ਉਹਦੇ ਕਦਮਾਂ ਦੀ ਆਵਾਜ਼ ਸੁਣੀ, ਉਹ ਵੀ ਅੱਗੋਂ ਭਿਖਾਰੀ ਸੀ, ਦਿਸਦਾ ਉਹਨੂੰ ਵੀ ਨਹੀਂ ਸੀ, ਉਹ ਵੀ ਅੰਨਾ ਸੀ। ਉਹਨੇ ਵੀ ਆਪਣਾ ਕਟੋਰਾ ਉਹਦੇ ਅੱਗੇ ਕਰ ਦਿੱਤਾ। ਦੋਵੇਂ ਖਲੋਤੇ ਨੇ ਇੱਕ ਦੂਜੇ ਅੱਗੇ, ਦਿਸਦਾ ਦੋਵਾਂ ਨੂੰ ਹੀ ਨਹੀਂ। ਉਹਨੇ ਕਟੋਰਾ ਉਹਦੇ ਅੱਗੇ ਕੀਤਾ, ਉਹਨੇ ਉਹਦੇ ਅੱਗੇ ਕੀਤਾ ਹੈ। ਕੁਝ ਸਮਾਂ ਖਲੋਤੇ ਰਹੇ ਇਸ ਉਡੀਕ ਵਿੱਚ ਵੀ ਮੇਰੇ ਇਸ ਪਾਤਰ ਭਾਂਡੇ ਵਿੱਚ ਕੁਝ ਪਵੇਗਾ। ਤੀਜਾ ਕੋਈ ਬੰਦਾ ਆਇਆ ਸੁਜਾਖਾ, ਉਹਨੇ ਵੇਖਿਆ ਵੀ ਇਹ ਦੋਵਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ, ਇੱਕ ਦੂਜੇ ਅੱਗੇ ਆਪਣਾ ਭਾਂਡਾ ਕਰਕੇ ਖਲੋਤੇ ਨੇ। ਉਹਨੇ ਆ ਕੇ ਦੋਵਾਂ ਨੂੰ ਸਮਝਾਇਆ, ਭਾਈ ਤੁਸੀਂ ਦੋਵੇਂ ਹੀ ਭਿਖਾਰੀ ਹੋ, ਤੁਹਾਨੂੰ ਦੋਵਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ। ਇੱਕ ਨੂੰ ਕਿਹਾ ਜਿਹਦੇ ਅੱਗੇ ਤੂੰ ਕਟੋਰਾ ਕੀਤਾ ਹੈ ਉਹਨੂੰ ਵੀ ਨਹੀਂ ਦਿਸਦਾ, ਉਹ ਵੀ ਭਿਖਾਰੀ ਹੈ। ਦੂਜੇ ਨੂੰ ਕਿਹਾ ਤੂੰ ਜਿਹਦੇ ਅੱਗੇ ਕਟੋਰਾ ਕੀਤਾ ਉਹ ਵੀ ਭਿਖਾਰੀ ਹੈ, ਦਿਸਦਾ ਉਹਨੂੰ ਵੀ ਨਹੀਂ ਹੈ। ਅਸਲ ਦੇ ਵਿੱਚ ਤਾਂ ਇਹ ਬੰਦੇ ਦੀ ਹਾਲਤ ਹੈ। ਅਗਿਆਨਤਾ ਕਰਕੇ ਬੰਦਾ ਭਿਖਾਰੀਆਂ ਦੇ ਕੋਲੋਂ ਮੰਗ ਰਿਹਾ, ਦਾਤੇ ਕੋਲੋਂ ਨਹੀਂ ਮੰਗ ਰਿਹਾ। ਸਾਹਿਬ ਕਹਿੰਦੇ ਤੂੰ ਸੱਚੇ ਦਾਤੇ ਕੋਲੋਂ ਮੰਗ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈ ਹੈ। ਦਾਤੇ ਨੂੰ ਛੱਡ ਕੇ ਤੇ ਦੂਜੇ ਕੋਲ ਮੰਗਣ ਜਾਈਏ ਤਾਂ ਸ਼ਰਮ ਦੇ ਵਿੱਚ ਮਰ ਜਾਣਾ ਚਾਹੀਦਾ ਹੈ। ਗੁਰੂ ਦਾਤਾ ਸਭ ਤੋਂ ਵੱਡਾ ਹੈ। ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ, ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ। ਕਦੇ ਵੀ ਉਸ ਦਾਤੇ ਕੋਲੋਂ ਨਾ ਮੰਗਣ ਜਾਈਏ ਵੀ ਕਿਸੇ ਹੋਰ ਦੇ ਅੱਗੇ ਝੋਲੀ ਅੱਡਣੀ ਪਵੇ ਤੇ ਉਹਦੇ ਕੋਲੋਂ ਜਾ ਕੇ ਮੰਗਣਾ ਪਵੇ। ਗੁਰੂ ਅੱਗੇ ਝੋਲੀ ਕਰੋ, ਗੁਰੂ ਦਾਤੇ ਕੋਲੋਂ ਮੰਗੋ। ਗੁਰੂ ਸਾਰੀਆਂ ਦਾਤਾਂ ਦਿੰਦਾ ਹੈ। ਹੋਛਾ ਸਾਹੋ ਨ ਕੀਚਈ ਫਿਰ ਪਛੋਤਾਈਐ। ਭਾਈ ਗੁਰਦਾਸ ਜੀ ਕਹਿੰਦੇ ਕਦੇ ਵੀ ਹੋਛਾ ਸ਼ਾਹੂਕਾਰ ਨਾ ਕਰੋ। ਜਿਵੇਂ ਆਪਾਂ ਕੰਮਕਾਰ ਕਰਦੇ ਹਾਂ ਨਾ, ਬੰਦਾ ਸ਼ਾਹੂਕਾਰਾਂ ਦੇ ਕੋਲੋਂ ਜਾਂਦਾ, ਪੈਸੇ ਲੈ ਆਉਂਦਾ, ਫਿਰ ਦੇ ਦਿੰਦਾ, ਕੰਮਕਾਰ ਉਹਦਾ ਚੱਲ ਪੈਂਦਾ। ਹੋਛਾ ਸ਼ਾਹੋ ਨਾ ਕੀਚਈ, ਕਹਿੰਦੇ ਜਿਹੜਾ ਹੋਛਾ ਸ਼ਾਹੂਕਾਰ, ਜਿਹੜਾ ਦਿਲ ਹੀ ਬੜਾ ਥੋੜ੍ਹਾ ਹੈ, ਜਿਹੜਾ ਦੇਣ ਲੱਗਿਆ ਵੀ ਕੰਬਦਾ ਪਿਆ ਵੀ ਇਹਨੂੰ ਦੇਣ ਲੱਗਾ ਪਤਾ ਨਹੀਂ ਕੱਲ੍ਹ ਨੂੰ ਪੈਸੇ ਮੁੜਨੇ ਵੀ ਹੈ ਮੇਰੇ ਕਿ ਨਹੀਂ ਮੁੜਨੇ, ਵਾਪਸ ਆਉਣੇ ਕਿ ਨਹੀਂ ਆਉਣੇ। ਕਹਿੰਦੇ ਇਹੋ ਜਿਹਾ ਕਮਜ਼ੋਰ ਦਿਲ ਵਾਲਾ, ਥੋੜ੍ਹ ਦਿਲਾ ਜਿਹੜਾ ਸ਼ਾਹੂਕਾਰ, ਉਹਨੂੰ ਸ਼ਾਹੂਕਾਰ ਨਾ ਆਪਣਾ ਬਣਾਓ। ਕਿਉਂ? ਫਿਰ ਪਛੋਤਾਈਏ, ਕਹਿੰਦੇ ਫਿਰ ਪਛਤਾਉਣਾ ਪਵੇਗਾ। ਹੋਛਾ ਸ਼ਾਹ ਕਰਕੇ ਪਛਤਾਤਾਪ ਕਰਨਾ ਪੈਂਦਾ ਹੈ। ਗੁਰੂ ਸ਼ਾਹੂਕਾਰ ਐਸਾ ਹੈ, ਭੰਡਾਰੇ ਖੋਲ੍ਹੇ ਨੇ ਗੁਰੂ ਨੇ, ਭਗਤੀ ਦੇ ਭੰਡਾਰੇ ਭਰੇ ਪਏ ਹੈ, ਭਰ ਭਰ ਵੰਡ ਰਿਹਾ ਹੈ ਗੁਰੂ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵਹਿ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਮਹਾਰਾਜ ਕਹਿੰਦੇ ਗੁਰੂ ਹੈ ਸੱਚਾ ਸ਼ਾਹੂਕਾਰ, ਤੇ ਗੁਰੂ ਨੂੰ ਸ਼ਾਹੂਕਾਰ ਬਣਾ। ਦੁਨੀਆ ਦੇ ਸ਼ਾਹੂਕਾਰ ਹੋਛੇ ਨੇ, ਪਛਤਾਉਣਾ ਪਵੇਗਾ। ਸਾਹਿਬ ਉਹ ਨਾ ਸੇਵੀਐ, ਜਮ ਡੰਡ ਸਹਾਈਐ। ਕਦੇ ਵੀ ਉਸ ਸਾਹਿਬ, ਉਸ ਮਾਲਕ ਦੀ ਸੇਵਾ ਨਾ ਕਰੋ ਜਿਹਦੀ ਸੇਵਾ ਕਰਨ ਕਰਕੇ ਤੁਹਾਨੂੰ ਜਮਾਂ ਦਾ ਡੰਡ ਸਹਾਰਨਾ ਪਵੇ, ਜਮਾਂ ਦੀ ਮਾਰ ਖਾਣੀ ਪਵੇ। ਗੁਰੂ ਸਾਹਿਬ ਹੈ,
ਗੁਰੂ ਸਾਹਿਬ ਦੀ ਸੇਵਾ ਕਰੋ, ਗੁਰੂ ਮਾਲਕ ਨੂੰ ਸਿਮਰੋ, ਜਮਾਂ ਦੀ ਮਾਰ ਨਹੀਂ ਕਦੀ ਖਾਣੀ ਪਵੇਗੀ। ਦੂਰ ਰਹੀ ਉਹ ਜਨ ਤੇ ਬਾਟ, ਉਹ ਤਾਂ ਰਸਤਾ ਹੀ ਵੱਖਰਾ ਗੁਰਮੁਖਾਂ ਦਾ, ਜਮਾਂ ਦੇ ਮਾਰਗ ਵਾਲਾ ਰਸਤਾ ਨਹੀਂ ਹੈ। ਤੋ ਗੁਰੂ ਮਾਲਕ ਦੀ ਸੇਵਾ ਕਰਨੀ ਹੈ, ਜਿਹਦੇ ਨਾਲ ਕੀ ਹੁੰਦਾ ਹੈ, ਜਮਾਂ ਦੀ ਮਾਰ ਨਹੀਂ ਸਹਾਰਨੀ ਪੈਂਦੀ। ਹਉ ਮੈਂ ਰੋਗ ਨ ਕਟਈ, ਉਹ ਵੈਦ ਨ ਲਾਈਐ। ਜਿਹੜਾ ਹਉਮੈ ਦਾ ਰੋਗ ਨਹੀਂ ਕੱਟ ਸਕਦਾ, ਭਾਈ ਗੁਰਦਾਸ ਜੀ ਕਹਿੰਦੇ ਕਦੇ ਵੀ ਉਪਚਾਰ ਵਾਸਤੇ ਉਸ ਵੈਦ ਨੂੰ ਨਾ ਲਾਉਣਾ ਕਰੋ। ਦੁਨੀਆ ਦਾ ਕੋਈ ਐਸਾ ਵੈਦ ਨਹੀਂ ਹੈ ਜਿਹੜਾ ਬੰਦੇ ਦੇ ਅੰਦਰੋਂ ਹਉਮੈ ਦਾ ਰੋਗ ਕੱਟ ਸਕੇ। ਸਿਰਫ ਇੱਕੋ ਹੀ ਇੱਕ ਹੈ, ਗੁਰੂ ਵੈਦ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸਾਹਿਬ ਕਹਿੰਦੇ ਹਉਮੈ ਦੀ ਗੱਲ ਕਰਦਾ, ਗੁਰੂ ਵੈਦ ਐਸਾ ਹੈ ਤੈਨੂੰ ਨਾਮ ਦੀ ਦਵਾਈ ਦੇ ਕੇ ਜਮਾਂ ਦੀਆਂ ਫਾਹੀਆਂ ਦਾ ਰੋਗ ਵੀ ਕੱਟ ਦੇਵੇਗਾ। ਗੁਰੂ ਵੈਦ ਦੀ ਸ਼ਰਨ ਵਿੱਚ ਆ, ਤਨ ਦੇ ਕੀ ਮਨ ਦੇ ਸਾਰੇ ਰੋਗ ਤੇਰੇ ਨਿਵਰਤ ਹੋ ਜਾਣਗੇ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਹਉਮੈ ਦਾ ਰੋਗ ਨਹੀਂ ਕੱਟ ਸਕਦਾ, ਕਦੇ ਉਸ ਵੈਦ ਕੋਲ ਨਾ ਜਾਵੇ। ਬੰਦਾ ਦੁਨੀਆ ਦੇ ਬਹੁਤ ਲੋਕਾਂ ਕੋਲ ਜਾਂਦਾ ਹੈ, ਮੇਰਾ ਮਨ ਬੜਾ ਦੁਖੀ ਹੈ, ਮੈਂ ਬਹੁਤ ਦੁਖੀ ਹਾਂ, ਤਨ ਵੀ ਦੁਖੀ ਹੈ। ਸਾਹਿਬ ਕਹਿੰਦੇ ਗੁਰੂ ਵੈਦ ਕੋਲ ਆ, ਤੇਰੇ ਸਾਰੇ ਦੁੱਖ ਰੋਗ ਤਾਂ ਗੁਰੂ ਨੇ ਦੂਰ ਕਰਨੇ ਹੈ। ਇਸ ਲਈ ਹਉਮੈ ਦੇ ਰੋਗ ਨੂੰ ਕੱਟਣ ਦੇ ਗੁਰੂ ਸਮਰੱਥ ਹੈ, ਅਤੇ ਗੁਰੂ ਵੈਦ ਦੇ ਕੋਲੋਂ ਹੀ ਤੂੰ ਤੰਦਰੁਸਤ ਅਰੋਗ ਹੋ ਸਕਦਾ ਹੈ। ਦੁਰਮਤ ਮੈਲ ਨ ਉਤਰੈ, ਕਿਉਂ ਤੀਰਥ ਨਹਾਈਐ। ਅਤੇ ਜਿਹੜਾ ਤੀਰਥ ਬੰਦੇ ਦੇ ਅੰਦਰੋਂ ਖੋਟੀ ਮੱਤ ਦੀ ਮੈਲ ਦੂਰ ਨਹੀਂ ਕਰ ਸਕਦਾ, ਉਸ ਤੀਰਥ 'ਤੇ ਨਹਾਉਣ ਦਾ ਕੀ ਫਾਇਦਾ। ਕਹਿੰਦੇ ਕੀ ਲੋੜ ਹੈ ਉਸ ਤੀਰਥ 'ਤੇ ਜਾ ਕੇ ਨਹਾਉਣ ਦਾ, ਜੇ ਅੰਦਰੋਂ ਖੋਟੀ ਮੈਲ ਹੀ ਦੂਰ ਨਹੀਂ ਹੋਣੀ, ਉਸ ਤੀਰਥ 'ਤੇ ਨਾ ਨਹਾਓ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਕੇ ਸਿੱਖਾ, ਗੁਰੂ ਤੀਰਥ 'ਤੇ ਆ, ਗੁਰੂ ਤੀਰਥ ਹੈ, ਅਤੇ ਇਸ ਤੀਰਥ 'ਤੇ ਆ ਕੇ ਜਦੋਂ ਨਾਮ ਜਲ ਦੇ ਵਿੱਚ ਮਨ ਦਾ ਇਸ਼ਨਾਨ ਕਰਵਾਏਗਾ, ਤੇਰੇ ਮਨ ਦੇ ਵਿੱਚੋਂ ਦੁਰਮਤ, ਭੈੜੀ ਮੱਤ ਜਿਹੜੀ ਹੈ, ਇਹ ਮੈਲ ਦੂਰ ਹੋ ਜਾਣੀ ਹੈ। ਗੁਰੂ ਤੀਰਥ ਹੈ, ਇੱਥੇ ਇਸ਼ਨਾਨ ਕਰ, ਬਾਹਰਲੇ ਤੀਰਥਾਂ 'ਤੇ ਤੈਨੂੰ ਭਟਕਣ ਦੀ ਲੋੜ ਨਹੀਂ ਹੈ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਇੱਥੇ ਆ ਕੇ ਇਸ਼ਨਾਨ ਕਰ, ਗੁਰੂ ਤੇਰੇ 'ਤੇ ਮਿਹਰ ਕਰੇਗਾ। ਸੋ ਗੁਰੂ ਤੀਰਥ ਜਿਹੜਾ ਨਾ, ਉਹ ਸਭ ਤੋਂ ਵੱਡਾ ਹੈ, ਮਹਾਨ ਹੈ। ਸਾਰੀ ਪਾਪਾਂ ਦੀ, ਵਿਕਾਰਾਂ ਦੀ, ਖੋਟੀ ਮੱਤ ਦੀ ਮੈਲ ਜਿਹੜੀ ਹੈ ਨਾ, ਉਹ ਦੂਰ ਹੋ ਜਾਂਦੀ ਹੈ। ਇਸ ਲਈ ਗੁਰੂ ਤੀਰਥ ਨੂੰ ਛੱਡ ਕੇ ਬਾਹਰਲੇ ਤੀਰਥਾਂ 'ਤੇ ਨਹਾਉਣ ਦਾ ਕੋਈ ਫਾਇਦਾ ਨਹੀਂ। ਪੀਰ ਮੁਰੀਦਾਂ ਪਿਰਹੜੀ, ਸੁਖ ਸਹਿਜ ਸਮਾਈਐ। ਭਾਈ ਗੁਰਦਾਸ ਜੀ ਕਿਰਪਾ ਕਰਦੇ ਹੈ, ਪੀਰ ਮੁਰੀਦਾਂ ਪਿਰਹੜੀ, ਮੁਰੀਦਾਂ ਦੀ, ਗੁਰਸਿੱਖਾਂ ਦੀ ਜੋ ਗੁਰੂ ਦੇ ਨਾਲ ਸੱਚੀ ਪ੍ਰੀਤੀ ਹੈ, ਇਹ ਸਭ ਤੋਂ ਵੱਡਾ ਸਾਧਨ ਹੈ। ਸੁਖ ਸਹਿਜ ਸਮਾਈਐ, ਅਤੇ ਗੁਰੂ ਨਾਲ ਪ੍ਰੀਤ ਕਰਕੇ ਜਿਹੜਾ ਸਿੱਖ ਹੈ, ਉਹ ਸਹਿਜ ਅਵਸਥਾ ਵਿੱਚ ਸਮਾ ਜਾਂਦਾ। ਸਹਿਜ ਅਵਸਥਾ ਦੇ ਸੁੱਖ ਦੇ ਵਿੱਚ ਉਹ ਸਦਾ ਹੀ ਲੀਨ ਹੋ ਜਾਂਦਾ ਹੈ। ਇਸ ਲਈ ਗੁਰੂ ਦਾਤਾ ਹੈ, ਗੁਰੂ ਦਾਤੇ ਨੂੰ ਛੱਡ ਕੇ ਕਿਤੇ ਹੋਰ ਨਾ ਜਾ। ਗੁਰੂ ਸ਼ਾਹੂਕਾਰ ਹੈ, ਇਹਨੂੰ ਛੱਡ ਕੇ ਕਿਤੇ ਹੋਰ ਪਾਸੇ ਨਾ ਭਟਕ। ਗੁਰੂ ਮਾਲਕ ਹੈ, ਗੁਰੂ ਮਾਲਕ ਨੂੰ ਛੱਡ ਕੇ ਕਿਤੇ ਨਾ ਭਟਕਣਾ ਕਰ। ਗੁਰੂ ਵੈਦ ਹੈ, ਹਉਮੈ ਦੇ ਰੋਗ ਨੂੰ ਕੱਟਣ ਦੇ ਸਮਰੱਥ ਹੈ, ਗੁਰੂ ਨੂੰ ਛੱਡ ਕੇ ਨਾ ਜਾ। ਅਤੇ ਗੁਰੂ ਤੀਰਥ ਹੈ, ਗੁਰੂ ਤੀਰਥ ਨੂੰ ਛੱਡ ਕੇ ਕਿਤੇ ਨਾ ਜਾਣਾ ਕਰ। ਗੁਰੂ ਸਾਰੀਆਂ ਤੇਰੀਆਂ ਝੋਲੀਆਂ ਭਰੇਗਾ, ਦਾਤਾਂ ਵੀ ਦੇਵੇਗਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦੋਂ ਗੜ੍ਹ ਸ਼ੰਕਰ ਨੂੰ ਫਤਿਹ ਕਰਨ ਚੜ੍ਹੇ, ਤਾਂ ਭਾਈ ਦਰਬਾਰੀ ਜੀ ਦੇ ਡੇਰੇ ਵਿੱਚ ਪਹੁੰਚੇ। ਭਾਈ ਦਰਬਾਰੀ ਜੀ ਭਾਈ ਕਨ੍ਹਈਆ ਜੀ ਦੀ ਸੰਪਰਦਾ ਦੇ ਵਿੱਚੋਂ ਸਨ, ਅਤੇ ਭਾਈ ਦਰਬਾਰੀ ਜੀ ਨੇ ਬੜੀ ਆਓ ਭਗਤ ਕੀਤੀ ਵੀ ਮਹਾਰਾਜਾ ਆਇਆ ਹੈ, ਜਲ ਪਾਣੀ ਛਕਾਇਆ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ, ਭਾਈ ਦਰਬਾਰੀ ਜੀ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੋ,
ਮੈਂ ਗੜ੍ਹ ਸ਼ੰਕਰ ਨੂੰ ਫਤਿਹ ਕਰਨ ਚੱਲਿਆ ਤੇ ਜਿੱਤ ਹਾਸਲ ਹੋਵੇ। ਭਾਈ ਦਰਬਾਰੀ ਜੀ ਨੇ ਅਰਦਾਸ ਕੀਤੀ। ਮਹਾਰਾਜਾ ਰਣਜੀਤ ਸਿੰਘ ਮੁਹਿੰਮ 'ਤੇ ਗਏ, ਜੰਗ ਫਤਿਹ ਹੋਇਆ, ਇਲਾਕਾ ਜਿੱਤਿਆ ਗਿਆ। ਅਤੇ ਜਦੋਂ ਵਾਪਸ ਲਾਹੌਰ ਨੂੰ ਤੁਰਨ ਲੱਗੇ, ਮਨ ਵਿੱਚ ਖਿਆਲ ਆਇਆ ਵੀ ਭਾਈ ਦਰਬਾਰੀ ਜੀ ਦੇ ਡੇਰੇ ਫਿਰ ਹੋ ਚੱਲਾਂ। ਅਤੇ ਹੁਣ ਜਦੋਂ ਜਿੱਤ ਕੇ ਆਏ ਤੇ ਆ ਕੇ ਭਾਈ ਦਰਬਾਰੀ ਜੀ ਨੂੰ ਕਹਿੰਦੇ, ਭਾਈ ਦਰਬਾਰੀ ਜੀ ਮੰਗੋ, ਮੈਂ ਖੁਸ਼ ਹਾਂ, ਮੰਗੋ ਕੀ ਮੰਗਦੇ ਹੋ? ਜ਼ਮੀਨ ਲਾ ਦਈਏ ਡੇਰੇ ਦੇ ਨਾਂ, ਹੋਰ ਬਹੁਤ ਕੁਝ ਸਾਜੋ ਸਮਾਨ ਦੇ ਦਈਏ ਡੇਰੇ ਨੂੰ। ਅਤੇ ਭਾਈ ਦਰਬਾਰੀ ਜੀ ਮੁਸਕਰਾ ਕੇ ਕਹਿਣ ਲੱਗੇ, ਰਣਜੀਤ ਸਿੰਘ ਅਜੇ ਕੱਲ੍ਹ ਦੀ ਗੱਲ ਹੈ, ਤੂੰ ਇੱਥੇ ਮੰਗਣ ਆਇਆ ਸੀ ਵੀ ਮੇਰੀ ਝੋਲੀ ਵਿੱਚ ਜਿੱਤ ਪੈ ਜਾਏ, ਤੂੰ ਮੰਗਤਾ ਸੀ। ਤੂੰ ਮੈਨੂੰ ਇਹ ਦੱਸ ਵੀ ਦਾਤਾ ਕਦੋਂ ਦਾ ਬਣ ਗਿਆ ਤੂੰ? ਅੱਜ ਤੂੰ ਕਹਿੰਦਾ ਵੀ ਮੈਂ ਦਾਤ ਦਿੰਦਾ ਜੋ ਕਹੋ। ਇੱਥੇ ਗੁਰੂ ਦੀ ਕਿਰਪਾ ਦੇ ਨਾਲ ਸਾਰਾ ਕੁਝ ਹੈ। ਕੱਲ੍ਹ ਤੂੰ ਮੰਗਤਾ ਸੀ, ਅੱਜ ਦਾਤਾ ਬਣ ਗਿਆ। ਗੁਰੂ ਗ੍ਰੰਥ ਸਾਹਿਬ ਕੋਲੋਂ ਮੰਗਣਾ ਹੈ, ਗੁਰੂ ਝੋਲੀਆਂ ਭਰਦਾ ਹੈ। ਅਤੇ ਮਹਾਰਾਜੇ ਦੀਆਂ ਅੱਖਾਂ ਸ਼ਰਮ ਦੇ ਨਾਲ ਨੀਵੀਆਂ ਹੋ ਗਈਆਂ ਸਨ ਕਿ ਬੰਦਗੀ ਵਾਲੇ ਭਾਈ ਦਰਬਾਰੀ ਜੀ ਕਿੰਨੀ ਟੇਕ, ਕਿੰਨਾ ਭਰੋਸਾ ਹੈ ਵੀ ਗੁਰੂ ਚਰਨਾਂ ਦੇ ਉੱਤੇ। ਦਾਤਾ ਤਾਂ ਇੱਕੋ ਹੀ ਹੈ, ਗੁਰੂ ਦਾਤਾਂ ਦੇਣ ਵਾਲਾ। ਅਤੇ ਜੇ ਕਿਸੇ ਕੋਲ ਥੋੜ੍ਹਾ ਬਹੁਤ ਹੈ ਅਤੇ ਉਹਨੂੰ ਕਿਸੇ ਲੋੜਵੰਦ ਨੂੰ ਦਿੰਦਾ ਹੈ, ਉਹ ਗੁਰੂ ਦੀ ਦਾਤ ਸਮਝੇ ਵੀ ਇਹ ਮਾਲਕ ਨੇ ਮੈਨੂੰ ਦਿੱਤਾ ਹੈ ਅਤੇ ਮੈਂ ਅੱਗੇ ਥੋੜ੍ਹਾ ਦੇ ਦਿੱਤਾ, ਅਹਿਸਾਨ ਕਾਹਦਾ? ਦਿੱਤਾ ਤਾਂ ਸਾਰਾ ਉਸੇ ਨੇ ਹੈ। ਸੋ ਗੁਰੂ ਦਾਤਾ, ਗੁਰੂ ਦਾਤੇ ਨੂੰ ਕਦੇ ਵੀ ਛੱਡੀਏ ਨਾ। ਸਤਿਗੁਰੂ ਮਿਹਰ ਕਰਦੇ ਨੇ, ਪੀਰ ਮੁਰੀਦਾਂ ਪਿਰਹੜੀ, ਸੁਖ ਸਹਿਜ ਸਮਾਈਐ। ਗੁਰਸਿੱਖਾਂ ਦੀ ਗੁਰੂ ਨਾਲ ਜੋ ਪ੍ਰੀਤੀ ਹੈ, ਇਹ ਸਹਿਜ ਸੁੱਖ ਦੇ ਵਿੱਚ ਲੀਨ ਕਰ ਦਿੰਦੀ ਹੈ। ਮਹਾਰਾਜ ਕਿਰਪਾ ਕਰਨ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅਗਾਂਹ ਵਾਸਤੇ ਸੁਮਤ ਬਖਸ਼ਣੀ। ਦੁਰਮਤ ਮੈਲ ਨ ਉਤਰੈ, ਕਿਉ ਤੀਰਥ ਨਹਾਈਐ। ਪੀਰ ਮੁਰੀਦਾਂ ਪਿਰਹੜੀ, ਸੁਖ ਸਹਿਜ ਸਮਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।